हाँ जी स्टूडेंट्स, ਅੱਜ ਅਸੀਂ ਆਪਣੀ 12ਵੀਂ ਕਲਾਸ ਦੇ ਸੈਕਸ਼ਨ ਬੀ ਦੀ ਤੀਸਰੀ ਪੋਇਮ ਵਨਸ ਅਪੋਨ ਅ ਟਾਈਮ, ਜਿਸ ਨੂੰ ਕਿ ਗੈਬਰੀਅਲ ਓਕਾਰਾ ਨੇ ਲਿਖਿਆ ਹੋਇਆ ਹੈ, ਉਸ ਦੇ ਲੌਂਗ ਆਨਸਰ ਟਾਈਪ ਕੁਐਸਚਨ ਕਵਰ ਕਰਾਂਗੇ। ਸਟੂਡੈਂਟਸ, ਇਸ ਪੋਇਮ ਦੀ ਸਟੱਡੀ ਦਾ ਇਹ ਤੀਸਰਾ ਪਾਰਟ ਹੋਏਗਾ। ਇਸ ਤੋਂ ਪਹਿਲਾਂ ਵੀ ਮੈਂ 2 ਪਾਰਟ ਬਣਾ ਚੁੱਕਿਆ ਹਾਂ। ਇਸ ਪੋਇਮ ਦੀ ਸਟੱਡੀ ਦੇ ਪਹਿਲੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਇਸ ਪੋਇਮ ਦੀ ਸਾਰੀ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਕਰਵਾਈ ਹੈ, ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਜੋ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਤਾਂ ਇਸ ਦੇ ਵਿੱਚ ਮੈਂ ਬਹੁਤ ਹੀ ਡਿਟੇਲ ਅਤੇ ਬੜੀ ਈਜ਼ੀ ਲੈਂਗੁਏਜ ਦੇ ਵਿੱਚ ਇਹ ਸਾਰੀ ਪੋਇਮ ਦੀ ਐਕਸਪਲੇਨੇਸ਼ਨ ਅਤੇ ਉਸ ਦੀ ਪੈਰਾਫਰੇਜ਼ ਕਰਾਈ ਹੈ। ਉਮੀਦ ਹੈ ਕਿ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖਿਆ ਤਾਂ ਮੈਂ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਉਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਸ ਵੀਡੀਓ 'ਤੇ ਪਹੁੰਚ ਸਕਦੇ ਹੋ ਅਤੇ ਇਸ ਪੋਇਮ ਦੀ ਪੂਰੀ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਤੁਸੀਂ ਸਮਝ ਸਕਦੇ ਹੋ, ਕਿਉਂਕਿ ਤਾਂ ਹੀ ਫਿਰ ਲੌਂਗ ਆਨਸਰ ਟਾਈਪ ਕੁਐਸਚਨ ਕਰਨ ਦਾ ਫਾਇਦਾ ਹੈ। ਜੇਕਰ ਸਾਨੂੰ ਪੂਰੀ ਪੋਇਮ ਕਲੀਅਰ ਹੋਏਗੀ ਤਾਂ ਹੀ ਅਸੀਂ ਇਹ ਕੁਐਸਚਨ ਸਮਝ ਪਾਵਾਂਗੇ। ਸਟੂਡੈਂਟਸ, ਦੂਸਰੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਵੀਡੀਓ ਦਿਖਾਇਆ ਹੈ, ਉਸ ਦੇ ਵਿੱਚ ਮੈਂ ਇਸ ਪੋਇਮ ਦੀਆਂ ਐਕਸਰਸਾਈਜ਼ਿਸ ਅਤੇ ਉਹਨਾਂ ਦੇ ਸੋਲੂਸ਼ਨ ਡਿਸਕਸ ਕੀਤੇ ਸੀ, ਜਿਵੇਂ ਕਿ ਤੁਸੀਂ ਸਕਰੀਨ 'ਤੇ ਚੱਲ ਰਹੀ ਵੀਡੀਓ ਵਿੱਚ ਦੇਖ ਸਕਦੇ ਹੋ। ਤੁਹਾਡੀ ਟੈਕਸਟ ਬੁੱਕ ਦੇ ਵਿੱਚ ਜਿੱਥੇ ਪੋਇਮ ਹੈ, ਉਸ ਦੇ ਪਿਛਲੇ ਪਾਸੇ 2 ਐਕਸਰਸਾਈਜ਼ਿਸ ਨੇ, ਜਿਸ ਦੇ ਵਿੱਚ 2 ਸਟੈਂਜ਼ਾਜ਼ ਨੇ ਅਤੇ ਉਸ ਦੇ ਨੀਚੇ ਕੁਐਸਚਨ ਆਨਸਰਸ ਨੇ। ਤਾਂ ਉਹਨਾਂ ਦੇ ਸਾਰੇ ਮੈਂ ਸੋਲੂਸ਼ਨਸ ਤੁਹਾਨੂੰ ਲਿਖ ਕੇ ਪੂਰਾ ਵੀਡੀਓ 'ਚ ਦਿਖਾਇਆ ਸੀ। ਉਮੀਦ ਹੈ ਕਿ ਤੁਸੀਂ ਇਹ ਵੀ ਵੀਡੀਓ ਦੇਖਿਆ ਹੋਵੇਗਾ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖਿਆ ਤਾਂ ਮੈਂ ਉੱਪਰ ਤੁਹਾਨੂੰ ਇਸ ਦਾ ਲਿੰਕ ਵੀ ਪ੍ਰੋਵਾਈਡ ਕਰ ਰਿਹਾ ਹਾਂ। ਇਸ ਲਿੰਕ 'ਤੇ ਜਾ ਕੇ ਤੁਸੀਂ ਇਹ ਸਾਰਾ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਪੋਇਮ ਦੇ ਸੈਂਟਰਲ ਆਈਡੀਏ ਨੂੰ ਕਰਨ ਤੋਂ ਪਹਿਲਾਂ ਆਪਾਂ ਇਸ ਦਾ ਮਾਈਂਡ ਮੈਪ ਇੱਕ ਵਾਰੀ ਜ਼ਰੂਰ ਦੇਖ ਲੈਂਦੇ ਹਾਂ, ਕਿਉਂਕਿ ਮਾਈਂਡ ਮੈਪ ਕਰਨ ਤੋਂ ਬਾਅਦ ਫਿਰ ਸਾਨੂੰ ਕੁਝ ਪੁਆਇੰਟਸ ਮਿਲ ਜਾਂਦੇ ਨੇ, ਜਿਸ ਤੋਂ ਅਸੀਂ ਆਪਣਾ ਜਿਹੜਾ ਆਨਸਰ ਹੈ ਉਹ ਡਿਵੈਲਪ ਕਰ ਪਾਉਂਦੇ ਹਾਂ। ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਮਾਈਂਡ ਮੈਪ ਸ਼ੋ ਹੋ ਰਿਹਾ ਹੈ, ਸੈਂਟਰ ਦੇ ਵਿੱਚ ਅਸੀਂ ਪੋਇਮ ਦਾ ਨਾਮ ਲਿਖਿਆ ਹੈ। ਉਸ ਦੇ ਪਹਿਲੇ ਪੁਆਇੰਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਟਾਈਟਲ ਸੁਜੈਸਟ ਐਕਟੀਵਿਟੀਜ਼ ਆਫ ਪਾਸਟ। ਮੈਂ ਤੁਹਾਨੂੰ ਪੂਰੀ ਪੋਇਮ ਐਕਸਪਲੇਨ ਕਰਦੇ ਹੋਏ ਦੱਸਿਆ ਸੀ ਕਿ ਇਸ ਪੋਇਮ ਦੇ ਵਿੱਚ ਗੈਬਰੀਅਲ ਓਕਾਰਾ ਨੇ ਆਪਣੇ ਪੁਰਾਣੇ ਸਮੇਂ ਨੂੰ ਬਹੁਤ ਜ਼ਿਆਦਾ ਯਾਦ ਕੀਤਾ ਹੈ। ਹੁਣ ਉਹ ਇੱਕ ਨਾਈਜੀਰੀਅਨ ਕਲਚਰ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨਾਲ ਸੰਬੰਧ ਰੱਖਦੇ ਨੇ, ਅਤੇ ਹੁਣ ਉਹਨਾਂ ਦੇ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਰਿਹਾ ਹੈ। ਹੁਣ ਅੰਗਰੇਜ਼ਾਂ ਨੇ ਆਪਣਾ ਕਲਚਰ ਉਹਨਾਂ 'ਤੇ ਥੋਪਤਾ, ਜੋ ਕਿ ਇੰਗਲਿਸ਼ ਕਲਚਰ ਜਾਂ ਵੈਸਟਰਨ ਕਲਚਰ ਪੋਇਟ ਨੂੰ ਪਸੰਦ ਨਹੀਂ ਹੈ। ਤਾਂ ਉਸ ਨੂੰ ਆਪਣਾ ਪੁਰਾਣਾ ਜਿਹੜਾ ਅਫਰੀਕਨ ਕਲਚਰ ਉਹ ਯਾਦ ਆਉਂਦਾ ਹੈ, ਬਾਰ-ਬਾਰ ਯਾਦ ਆਉਂਦਾ ਹੈ। ਇਸ ਕਰਕੇ ਇਹ ਵਨਸ ਅਪੋਨ ਅ ਟਾਈਮ ਹੀ ਜੇ ਆਪਾਂ ਦੇਖੀਏ ਤਾਂ ਇਸ ਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਇੱਕ ਵਾਰ ਦੀ ਗੱਲ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਵਨਸ ਅਪੋਨ ਅ ਟਾਈਮ ਦੇ ਨਾਂ 'ਤੇ ਕਈ ਸਾਰੀਆਂ ਮੂਵੀਜ਼ ਵੀ ਬਣੀਆਂ ਹੋਈਆਂ ਨੇ। ਵੈਸੇ ਵੀ ਜਦੋਂ ਕੋਈ ਸਾਡੇ ਪੁਰਖੇ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਤਾਂ ਉਹ ਐਂ ਹੀ ਕਹਿੰਦੇ ਸੀ ਇੱਕ ਵਾਰ ਦੀ ਗੱਲ ਹੈ। ਤਾਂ ਵਨਸ ਅਪੋਨ ਅ ਟਾਈਮ ਦਾ ਮਤਲਬ ਇੱਕ ਵਾਰ ਦੀ ਗੱਲ ਹੈ, ਜੋ ਕਿ ਪੁਰਾਣੇ ਸਮੇਂ ਨੂੰ ਦੱਸਦੀ ਹੈ। ਤਾਂ ਟਾਈਟਲ ਤੋਂ ਹੀ ਸਾਨੂੰ ਪਾਸਟ ਦੀਆਂ ਐਕਟੀਵਿਟੀਜ਼ ਦੇ ਬਾਰੇ ਪਤਾ ਚੱਲਦਾ ਹੈ। ਅਤੇ ਸਾਨੂੰ ਇਹ ਵੀ ਪਤਾ ਚੱਲਦਾ ਇਸ ਪੋਇਮ ਦੇ ਵਿੱਚ ਕਿ ਇਸ ਪੋਇਮ ਦੇ ਵਿੱਚ ਜਿਹੜਾ ਪੋਇਟ ਹੈ ਉਹ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ ਹੈ। ਸਨ ਨਾਂ ਦਾ ਸ਼ਬਦ ਬਾਰ-ਬਾਰ ਇਸ ਪੋਇਮ ਦੇ ਵਿੱਚ ਆਉਂਦਾ ਹੈ। ਪਰ ਇੱਥੇ ਗੱਲ ਇਹ ਵੀ ਦੱਸਣ ਵਾਲੀ ਹੈ ਕਿ ਸਨ ਜਿਹੜਾ ਉਹਦਾ ਪੁੱਤਰ ਹੈ ਉਹ ਰਿਸਪੌਂਡ ਨਹੀਂ ਕਰ ਰਿਹਾ। ਫਾਦਰ ਜ਼ਰੂਰ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ ਹੈ, ਲੇਕਿਨ ਸਨ ਸਿਰਫ ਸੁਣ ਰਿਹਾ ਹੈ, ਪੁੱਤਰ ਸਿਰਫ ਸੁਣ ਰਿਹਾ ਹੈ, ਉਸ ਨੂੰ ਰਿਸਪੌਂਡ ਨਹੀਂ ਕਰ ਰਿਹਾ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਇਮਸ ਹੁੰਦੀਆਂ ਨੇ, ਜਿਹਦੇ ਵਿੱਚ ਸਿਰਫ ਇੱਕ ਜਣਾ ਹੀ ਬੋਲਦਾ, ਦੂਸਰਾ ਸਿਰਫ ਸੁਣਦਾ, ਅਸੀਂ ਉਸ ਨੂੰ ਕਹਿੰਦੇ ਹਾਂ ਡਰਾਮੈਟਿਕ ਮੋਨੋਲੋਗ। ਤਾਂ ਇਹ ਜਿਹੜੀ ਪੋਇਮ ਹੈ ਇਹ ਇੱਕ ਡਰਾਮੈਟਿਕ ਮੋਨੋਲੋਗ ਹੈ, ਜਿਸ ਦੇ ਵਿੱਚ ਕੇਵਲ ਇੱਕ ਇਨਸਾਨ ਹੀ ਬੋਲ ਰਿਹਾ, ਦੂਜਾ ਸਿਰਫ ਉਸ ਨੂੰ ਸੁਣ ਰਿਹਾ। ਅਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੋਇਟ ਕੰਪੇਅਰਸ ਪਾਸਟ ਐਂਡ ਪ੍ਰੈਜੈਂਟ, ਪਾਸਟ ਅਤੇ ਪ੍ਰੈਜੈਂਟ ਦੇ ਟਾਈਮ ਨੂੰ ਕੰਪੇਅਰ ਕਰ ਰਿਹਾ। ਬਾਰ-ਬਾਰ ਉਹ ਯਾਦ ਕਰ ਰਿਹਾ ਆਪਣੇ ਪੁਰਾਣੇ ਸਮੇਂ 'ਚ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਦਿਲੋਂ ਹੱਸਦੇ ਸੀਗੇ, ਅੱਖਾਂ 'ਚ ਉਹਨਾਂ ਦੇ ਐਕਸਪ੍ਰੈਸ਼ਨਸ ਹੁੰਦੇ ਸੀ। ਅੱਜ ਕੱਲ੍ਹ ਅੱਖਾਂ ਪੱਥਰ ਦੀਆਂ ਹੋ ਗਈਆਂ, ਦਿਲਾਂ 'ਚ ਤਾਂ ਕੋਈ ਪਿਆਰ ਹੀ ਨਹੀਂ ਰਿਹਾ, ਸਿਰਫ ਦੰਦਾਂ ਨਾਲ ਹੱਸਦੇ ਨੇ। ਤਾਂ ਪੁਰਾਣੇ ਅਤੇ ਨਵੇਂ ਸਮੇਂ ਦੀ ਉਹ ਬਾਰ-ਬਾਰ ਕੰਪੈਰੀਜ਼ਨ ਕਰਦਾ ਹੈ। ਅਤੇ ਉਹ ਇਹ ਵੀ ਦੱਸਦਾ ਹੈ ਕਿ ਜਿਹੜਾ ਪ੍ਰੈਜੈਂਟ ਦਾ ਸਮਾਂ ਹੈ, ਇਸ ਸਮੇਂ ਜਿਹੜਾ ਜੋ ਕਲਚਰ ਚੱਲ ਰਿਹਾ ਉਸਦੇ ਦੇਸ਼ ਦੇ ਵਿੱਚ, ਉਹ ਉਸ ਨੂੰ ਪਸੰਦ ਨਹੀਂ, ਕਿਉਂਕਿ ਉਹ ਡਿਊਅਲ ਬਿਹੇਵੀਅਰ ਹੈ। ਡਿਊਅਲ ਬਿਹੇਵੀਅਰ ਦਾ ਮਤਲਬ ਹੁੰਦਾ ਹੈ ਕਿ ਦੋਹਰਾ ਰਵੱਈਆ ਹੈ ਲੋਕਾਂ ਦਾ ਆਪਸ 'ਚ, ਕਿ ਉਹ ਅੰਦਰੋਂ ਕੁਛ ਹੋਰ ਨੇ, ਬਾਹਰੋਂ ਕੁਛ ਹੋਰ ਨੇ। ਹੈਂਡਸ਼ੇਕ ਜ਼ਰੂਰ ਕਰਦੇ ਨੇ, ਆਪਣਾ ਸੱਜਾ ਹੱਥ ਅੱਗੇ ਵਧਾਉਂਦੇ ਨੇ, ਲੇਕਿਨ ਜਿਹੜਾ ਖੱਬਾ ਹੱਥ ਹੁੰਦਾ ਹੈ ਉਹ ਪੋਇਟ ਦੀਆਂ ਐਮਟੀ ਪੋਕਟਸ ਨੂੰ ਸਰਚ ਕਰਦਾ। ਤਾਂ ਇਹ ਗੱਲਾਂ ਆਪਾਂ ਨੇ ਬਾਰ-ਬਾਰ ਪੜ੍ਹੀਆਂ ਕਿ ਲੋਕਾਂ ਦੇ ਵਿਵਹਾਰ ਦੇ ਵਿੱਚ ਦੋਹਰਾਪਨ ਹੈ।
ਤੇ ਐਵਰੀਥਿੰਗ ਇਜ਼ ਆਰਟੀਫਿਸ਼ੀਅਲ ਨਾਓ। ਹੁਣ ਪੋਇਟ ਇਹ ਕਹਿੰਦਾ ਹੈ ਕਿ ਹਾਸਾ ਵੀ ਆਰਟੀਫਿਸ਼ੀਅਲ ਹੋ ਗਿਆ, ਲੋਕਾਂ ਦਾ ਜੋ ਚਿਹਰਾ ਹੈ ਉਹ ਆਪਣੇ ਅਲੱਗ-ਅਲੱਗ ਸਮੇਂ ਦੇ ਮੁਤਾਬਕ ਬਦਲਦਾ ਜਾਂਦਾ ਹੈ। ਕਿਸੇ ਦਾ ਆਫਿਸ ਮਾਸਕ ਪਾਇਆ ਹੈ, ਕਿਸੇ ਨੇ ਕੋਕਟੇਲ ਮਾਸਕ ਪਾਇਆ। ਤਾਂ ਆਪਾਂ ਇਹ ਸਾਰੀ ਪੋਇਮ ਦੀ ਐਕਸਪਲੇਨੇਸ਼ਨ ਪੜ੍ਹੀ ਹੈ ਅਤੇ ਉੱਥੋਂ ਪਤਾ ਲੱਗਦਾ ਹੈ ਕਿ ਸਾਰਾ ਕੁਛ ਹੀ ਲੋਕਾਂ ਦੇ ਵਿੱਚ ਆਰਟੀਫਿਸ਼ੀਅਲ ਹੋ ਗਿਆ, ਬਣਾਉਟੀਪਨ ਆ ਗਿਆ ਉਹਨਾਂ 'ਚ। ਨੋ ਫੀਲਿੰਗ ਆਫ ਲਵ ਐਂਡ ਸਿੰਸੀਅਰਿਟੀ, ਪਿਆਰ ਨਾਮ ਦੀ ਅਤੇ ਵਿਸ਼ਵਾਸ ਨਾਮ ਦੀ ਤਾਂ ਗੱਲ ਹੀ ਨਹੀਂ ਰਹੀ। ਇਹ ਫੀਲਿੰਗਾਂ ਖਤਮ ਹੋ ਗਈਆਂ ਲੋਕਾਂ ਦੇ ਮਨਾਂ ਦੇ ਅੰਦਰੋਂ। ਪੋਇਟ ਲਰਨਡ ਡਿਫਰੈਂਟ ਫੇਸ ਐਕਸਪ੍ਰੈਸ਼ਨਸ, ਤਾਂ ਪੋਇਟ ਨੇ ਸਿੱਖ ਲਿਆ ਕਿ ਉਸ ਦੇ ਚਿਹਰੇ ਅਲੱਗ-ਅਲੱਗ ਸਿਚੁਏਸ਼ਨ 'ਚ ਕਿਹੋ ਜਿਹੇ ਹੋਣਗੇ। ਜਦੋਂ ਪਾਰਟੀ 'ਚ ਬੈਠਾ ਹੈ ਤਾਂ ਉਸ ਟਾਈਮ ਉਸ ਦਾ ਚਿਹਰਾ ਕਿੱਦਾਂ ਦਾ ਹੋਏਗਾ ਅਤੇ ਉਹਨੇ ਸਮਾਈਲ ਆਪਣੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਰੱਖਣੀ ਹੈ। ਇਸੇ ਤਰ੍ਹਾਂ ਜਦੋਂ ਉਸਨੇ ਆਪਣੇ ਦੋਸਤਾਂ ਨੂੰ ਮਿਲਣਾ ਹੈ ਤਾਂ ਉਹਦਾ ਚਿਹਰਾ ਕਿੱਦਾਂ ਦਾ ਹੋਏਗਾ, ਸਮਾਈਲ ਕਿੱਦਾਂ ਦੀ ਹੋਏਗੀ। ਪੋਰਟਰੇਟ ਟਾਈਪ ਆਫ ਸਮਾਈਲ ਹਰ ਜਗ੍ਹਾ ਪੋਇਟ ਦੀ ਰਹਿੰਦੀ ਹੈ, ਫਿਕਸ ਸਮਾਈਲ ਰਹਿੰਦੀ ਹੈ, ਲੇਕਿਨ ਨੈਚੁਰਲ ਸਮਾਈਲ ਉਸਦੀ ਖਤਮ ਹੋ ਗਈ। ਵਾਂਟਸ ਟੂ ਅਨਲਰਨ ਆਰਟੀਫਿਸ਼ੀਅਲ ਬਿਹੇਵੀਅਰ, ਅਤੇ ਪੋਇਮ ਦੇ ਵਿੱਚ ਕਵੀ ਇਹ ਵੀ ਕਹਿੰਦਾ ਹੈ ਕਿ ਮੈਂ ਜਿਹੜਾ ਇਹ ਆਰਟੀਫਿਸ਼ੀਅਲ ਬਿਹੇਵੀਅਰ ਮੇਰਾ ਬਣ ਗਿਆ, ਮੇਰੇ ਮਨ 'ਤੇ ਬੋਝ ਹੈ, ਮੈਂ ਇਸ ਨੂੰ ਭੁੱਲਣਾ ਚਾਹੁੰਦਾ। ਮੈਂ ਆਪਣੇ ਉਹੀ ਨੈਚੁਰਲ ਬਿਹੇਵੀਅਰ ਵੱਲ ਜਾਣਾ ਚਾਹੁੰਦਾ ਜੋ ਮੈਂ ਬਚਪਨ ਦੇ ਵਿੱਚ ਜਿੱਦਾਂ ਦਾ ਸੀ ਉਸੇ ਤਰ੍ਹਾਂ ਦਾ ਮੈਂ ਬਣਨਾ ਚਾਹੁੰਦਾ। ਵਾਂਟਸ ਟੂ ਲਾਫ ਡੀਪ ਫਰੋਮ ਹਿਜ਼ ਹਾਰਟ, ਤਾਂ ਉਹ ਦਿਲੋਂ ਹੱਸਣਾ ਚਾਹੁੰਦਾ ਹੈ, ਉਹ ਦੰਦਾਂ ਨਾਲ ਹੱਸਣਾ ਨਹੀਂ ਚਾਹੁੰਦਾ ਜਿਵੇਂ ਅੱਜ ਕੱਲ੍ਹ ਲੋਕ ਹੱਸਦੇ ਨੇ, ਉਹ ਦਿਲੋਂ ਹੱਸਣਾ ਚਾਹੁੰਦਾ ਹੈ। ਵੁੱਡ ਲਾਈਕ ਟੂ ਗੈਟ ਸਿੰਪਲਿਸਿਟੀ ਐਂਡ ਇਨੋਸੈਂਸ ਆਫ ਅਰਲੀਅਰ ਡੇਜ਼, ਅਤੇ ਉਹ ਚਾਹੁੰਦਾ ਹੈ ਕਿ ਉਹ ਇੱਕ ਸਿੰਪਲੀਸਿਟੀ ਲੈ ਕੇ ਆਵੇ ਆਪਣੇ ਅੰਦਰ ਅਤੇ ਇੱਕ ਇਨੋਸੈਂਸ ਲੈ ਕੇ ਆਵੇ, ਮਾਸੂਮੀਅਤ ਲੈ ਕੇ ਆਵੇ, ਬਿਲਕੁਲ ਸਧਾਰਨ ਬਣ ਜੇ ਉਹ, ਕਿਸ ਤਰ੍ਹਾਂ ਜਿਵੇਂ ਕਿ ਉਹ ਆਪਣੇ ਪੁਰਾਣੇ ਦਿਨਾਂ ਦੇ ਵਿੱਚ ਹੁੰਦਾ ਸੀ, ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ। ਅਸੀਂ ਇਹ ਕਹਿ ਸਕਦੇ ਹਾਂ ਕਿ ਪੂਰੀ ਪੋਇਮ ਦੇ ਵਿੱਚ ਕਵੀ ਅੱਜ ਕੱਲ੍ਹ ਦੇ ਅਜੋਕੇ ਜੀਵਨ ਤੋਂ ਜਾਂ ਅਜੋਕੇ ਜੀਵਨ ਦੇ ਚਾਲ ਚੱਲਣ ਤੋਂ ਉਹ ਦੁਖੀ ਹੈ। ਉਹ ਆਪਣੇ ਪੁਰਾਣੇ ਨੇਟਿਵ ਅਫਰੀਕਨ ਕਲਚਰ ਵੱਲ ਜਾਣਾ ਚਾਹੁੰਦਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ, ਮਾਈਂਡ ਮੈਪ ਸਮਝਣ ਤੋਂ ਬਾਅਦ ਹੁਣ ਅਸੀਂ ਇਸ ਦੇ ਮੇਨ ਕੁਐਸਚਨ ਸੈਂਟਰਲ ਆਈਡੀਆ ਆਫ ਦਾ ਪੋਇਮ ਵਨਸ ਅਪੋਨ ਅ ਟਾਈਮ ਵੱਲ ਆਉਂਦੇ ਹਾਂ। ਸਿੱਧਾ ਆਨਸਰ ਸਟਾਰਟ ਕਰਦੇ ਹਾਂ ਜੀ ਕਿ ਵਨਸ ਅਪੋਨ ਅ ਟਾਈਮ ਇਜ਼ ਰਿਟਨ ਬਾਏ ਗੈਬਰੀਅਲ ਓਕਾਰਾ। ਤਾਂ ਵਨਸ ਅਪੋਨ ਅ ਟਾਈਮ ਬਿਲਕੁਲ ਜਿਵੇਂ ਆਪਾਂ ਪਹਿਲਾਂ ਵੀ ਲਿਖਦੇ ਹਾਂ, ਇਸ ਨੂੰ ਸਿੰਗਲ ਕੋਟਸ ਦੇ ਵਿੱਚ ਪਾਉਣਾ ਹੈ ਅਤੇ ਇਸ ਦੇ ਜਿਹੜੇ ਕੈਪੀਟਲ ਲੈਟਰਸ ਦਾ ਧਿਆਨ ਰੱਖਣਾ ਹੈ। ਅਤੇ ਇਸ ਨੂੰ ਕਿਹਨੇ ਲਿਖਿਆ ਜੀ? ਗੈਬਰੀਅਲ ਓਕਾਰਾ ਨੇ। ਗੈਬਰੀਅਲ ਦੀ ਜੀ ਵੱਡੀ ਅਤੇ ਓਕਾਰਾ ਦੀ ਓ ਵੱਡੀ ਪਾਉਣੀ ਹੈ, ਬਾਕੀ ਸਾਰੇ ਸਮਾਲ ਲੈਟਰਸ ਪਾਉਣੇ ਆ। In this poem, the poet thinks about the time when people were kind and true. ਸਾਨੂੰ ਪਤਾ ਹੈ ਕਿ ਇਸ ਪੋਇਮ ਦੇ ਵਿੱਚ ਕਵੀ ਸੋਚਦਾ ਹੈ, ਥਿੰਕਸ, ਕਿਸ ਦੇ ਬਾਰੇ? ਉਸ ਸਮੇਂ ਬਾਰੇ ਜਦੋਂ ਲੋਕ ਦਿਆਲੂ ਸੀ ਅਤੇ ਸੱਚੇ ਸੀ। ਤਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਇਸ ਪੋਇਮ ਨੂੰ ਐਕਸਪਲੇਨ ਕਰਦੇ ਹੋਏ ਕਿ ਗੈਬਰੀਅਲ ਓਕਾਰਾ ਨਾਈਜੀਰੀਆ ਦੇ ਪੋਇਟ ਹੈ। ਨਾਈਜੀਰੀਆ ਇੱਕ ਛੋਟਾ ਜਿਹਾ ਦੇਸ਼ ਹੈ ਅਫਰੀਕਾ ਮਹਾਂਦੀਪ ਦਾ, ਜਿਸ 'ਤੇ ਕਿ ਇੰਗਲੈਂਡ ਦਾ ਰਾਜ ਰਿਹਾ। ਸਾਡੇ ਭਾਰਤ ਦੇਸ਼ ਦੇ ਉੱਪਰ ਵੀ ਇੰਗਲੈਂਡ ਦਾ ਰਾਜ ਰਿਹਾ। ਤਾਂ ਉਹ ਹੁਣ ਗੈਬਰੀਅਲ ਓਕਾਰਾ ਉਸ ਸਮੇਂ ਨੂੰ ਯਾਦ ਕਰ ਰਿਹਾ ਜਦੋਂ ਇੰਗਲੈਂਡ ਦਾ ਰਾਜ ਨਹੀਂ ਸੀ। ਤਾਂ ਉਦੋਂ ਉਸ ਸਮੇਂ ਅਫਰੀਕਨ ਕਲਚਰ ਸੀ। ਤਾਂ ਅਸੀਂ ਇੱਕ ਇਹ ਵੀ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਦੋ ਕਲਚਰ ਨੂੰ ਕੰਪੈਰੀਜ਼ਨ ਕੀਤਾ ਗਿਆ ਪੋਇਟ ਦੁਆਰਾ। ਦੇਖੋ, ਇੱਕ ਤਾਂ ਅਫਰੀਕਨ ਕਲਚਰ ਹੋ ਗਿਆ ਜੋ ਕਿ ਪੋਇਟ ਦਾ ਆਪਣਾ ਨੇਟਿਵ ਕਲਚਰ ਹੈ, ਉਸਦਾ ਆਪਣਾ ਕਲਚਰ ਹੈ। ਲੇਕਿਨ ਅੱਜ ਕੱਲ੍ਹ ਉਸ ਦੇ ਉੱਪਰ ਇੰਗਲੈਂਡ ਦਾ ਰਾਜ ਹੈ। ਤਾਂ ਇੰਗਲੈਂਡ ਤੁਹਾਨੂੰ ਪਤਾ ਹੈ ਇਹ ਵੈਸਟਰਨ ਕਲਚਰ ਨੂੰ ਪ੍ਰਮੋਟ ਕਰਦਾ ਹੈ, ਅਤੇ ਵੈਸਟਰਨ ਕਲਚਰ ਅੱਜ ਕੱਲ੍ਹ ਹਾਵੀ ਹੋਇਆ ਹੋਇਆ ਨਾਈਜੀਰੀਆ 'ਤੇ। ਤਾਂ ਇਹਨਾਂ ਦੋਨਾਂ ਕਲਚਰ ਦੇ ਵਿੱਚ
ਕੰਪੈਰੀਜ਼ਨ ਕਰਦਾ ਹੈ ਜੀ ਪੋਇਟ। ਹੁਣ ਅੱਜ ਕੱਲ੍ਹ ਦੇ ਕਲਚਰ ਨੂੰ ਦੇਖ ਕੇ ਉਸਦਾ ਮਨ ਉਚਾਟ ਹੋਇਆ ਹੋਇਆ ਤਾਂ ਆਪਣੇ ਪੁਰਾਣੇ ਅਫਰੀਕਨ ਕਲਚਰ ਨੂੰ ਵਾਰ-ਵਾਰ ਯਾਦ ਕਰਦਾ। ਬਟ ਨਾਓ ਟਾਈਮ ਹੈਡ ਚੇਂਜਡ, ਪਰ ਹੁਣ ਸਮਾਂ ਬਦਲ ਗਿਆ। ਕਿਉਂਕਿ ਸਮਾਂ ਕਿਵੇਂ ਬਦਲਿਆ? ਕਿਉਂਕਿ ਪਹਿਲਾਂ ਤਾਂ ਅਫਰੀਕਨ ਕਲਚਰ ਸੀ, ਉਸਦਾ ਆਪਣਾ ਜੋ ਕਲਚਰ ਸੀ, ਸੱਭਿਆਚਾਰ ਸੀ। ਹੁਣ ਉਸ ਸੱਭਿਆਚਾਰ ਦੀ ਥਾਂ ਕਿਸ ਨੇ ਲੈ ਲਈ? ਪੱਛਮੀ ਸੱਭਿਆਚਾਰ ਨੇ, ਵੈਸਟਰਨ ਕਲਚਰ ਨੇ ਲੈ ਲਈ। ਦਾ ਪੀਪਲ ਹੈਵ ਬਿਕਮ ਸੈਲਫਿਸ਼। ਹੁਣ ਜਿਹੜੇ ਲੋਕ ਨੇ ਇਸ ਸੱਭਿਆਚਾਰ 'ਚ, ਇਸ ਕਲਚਰ ਦੇ ਵਿੱਚ ਲੋਕ ਜਿਹੜੇ ਨੇ ਉਹ ਸੈਲਫਿਸ਼ ਬਣ ਚੁੱਕੇ। ਹੁਣ ਲੋਕ ਬਹੁਤ ਜ਼ਿਆਦਾ ਸਵਾਰਥੀ ਬਣ ਚੁੱਕੇ। ਸੈਲਫਿਸ਼ ਦਾ ਮਤਲਬ ਸਵਾਰਥੀ। ਦਾ ਫਾਦਰ ਟੈਲਸ ਹਿਜ਼ ਸਨ ਦੈਟ ਪੀਪਲ ਹੈਵ ਨੋ ਇਮੋਸ਼ਨਸ। ਤਾਂ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ। ਹੁਣ ਇੱਥੇ ਤੁਸੀਂ ਪਿਤਾ ਪੋਇਟ ਨੂੰ ਵੀ ਕਹਿ ਸਕਦੇ ਹੋ ਕਿ ਗੈਬਰੀਅਲ ਓਕਾਰਾ ਆਪਣੇ ਬੇਟੇ ਨੂੰ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹਨਾਂ 'ਚ ਹੁਣ ਕੋਈ ਇਮੋਸ਼ਨਸ ਨਹੀਂ ਰਹੇ। ਉਹ ਇੱਕ ਲਾਈਨ ਵੀ ਆਉਂਦੀ ਹੈ ਪੋਇਮ ਦੇ ਵਿੱਚ ਕਿ ਜਿਹੜੀਆਂ ਆਈਜ਼ ਨੇ ਉਹ ਹੁਣ ਪੱਥਰ ਦੀਆਂ ਬਣ ਗਈਆਂ, ਤਾਂ ਇਮੋਸ਼ਨਸ ਹੀ ਨਹੀਂ ਰਹੇ। ਦਾ ਪੀਪਲ ਹੈਵ ਬਿਕਮ ਆਰਟੀਫਿਸ਼ੀਅਲ। ਤਾਂ ਲੋਕ ਬਹੁਤ ਜ਼ਿਆਦਾ ਆਰਟੀਫਿਸ਼ੀਅਲ ਹੋ ਗਏ, ਬਹੁਤ ਜ਼ਿਆਦਾ ਬਣਾਉਟੀ ਹੋ ਗਏ। ਉਹਨਾਂ ਦੇ ਮਨ 'ਚ ਕੁਛ ਹੋ ਰਿਹਾ ਹੈ, ਬਾਹਰੋਂ ਕੁਛ ਹੋ ਰਿਹਾ ਹੈ। ਇਹ ਸਾਰੀਆਂ ਗੱਲਾਂ ਅਸੀਂ ਪੋਇਮ ਦੇ ਵਿੱਚ ਪੜ੍ਹਦੇ ਹਾਂ। ਦੇ ਵੀਅਰ ਡਿਫਰੈਂਟ ਮਾਸਕ ਫॉर ਡਿਫਰੈਂਟ ਓਕੇਜ਼ਨਸ। ਉਹ ਵੀਅਰ ਦਾ ਮਤਲਬ ਪਹਿਨਦੇ ਨੇ, ਡਿਫਰੈਂਟ ਅਲੱਗ-ਅਲੱਗ, ਮਾਸਕ ਮੁਖੌਟੇ ਪਹਿਨਦੇ ਨੇ ਫॉर ਡਿਫਰੈਂਟ ਓਕੇਜ਼ਨਸ, ਅਲੱਗ-ਅਲੱਗ ਮੌਕਿਆਂ ਦੇ ਲਈ। ਤਾਂ ਓਕੇਜ਼ਨਸ ਦਾ ਮਤਲਬ ਇੱਥੇ ਮੌਕੇ ਕਹਿ ਸਕਦੇ ਹਾਂ। ਹੁਣ ਮੌਕੇ ਕਿਹੜੇ ਆ? ਜਿਵੇਂ ਸਪੋਜ਼ ਕਰੋ ਤੁਸੀਂ ਆਫਿਸ 'ਚ ਜਾਂਦੇ ਹੋ ਤਾਂ ਆਫਿਸ ਦੇ ਵਿੱਚ ਤੁਹਾਡਾ ਆਪਣਾ ਇੱਕ ਅਲੱਗ ਫੇਸ ਹੈ, ਹੋਮ ਦੇ ਵਿੱਚ ਤੁਹਾਡਾ ਇੱਕ ਆਪਣਾ ਫੇਸ ਹੈ, ਪਾਰਟੀ ਵਿੱਚ ਜਾਂਦੇ ਹੋ ਉੱਥੇ ਤੁਹਾਡਾ ਹੋਰ ਫੇਸ ਹੈ। ਤੁਹਾਡਾ ਵਿਵਹਾਰ ਬਦਲਦਾ ਰਹਿੰਦਾ ਹੈ, ਹਰ ਜਗ੍ਹਾ ਤੁਹਾਡਾ ਵਿਵਹਾਰ ਬਦਲਦਾ ਰਹਿੰਦਾ ਹੈ ਅਤੇ ਵਿਵਹਾਰ ਵੀ ਬਣਾਉਟੀ ਹੈ। ਕਿਉਂਕਿ ਜਦੋਂ ਵੀ ਤੁਸੀਂ ਕਿਸੇ ਮੌਕੇ ਅਨੁਸਾਰ ਆਪਣਾ ਚਿਹਰਾ ਚੇਂਜ ਕਰਦੇ ਹੋ ਤਾਂ ਤੁਹਾਡੀ ਨਾਲ ਹੀ ਸਮਾਈਲ ਵੀ ਚੇਂਜ ਹੋ ਜਾਂਦੀ ਹੈ। ਆਪਾਂ ਕਿਹਾ ਸੀ ਨਾ ਪੋਇਮ ਦੇ ਵਿੱਚ ਕਨਫਰਮਿੰਗ ਸਮਾਈਲਸ ਵੀ ਚੇਂਜ ਹੁੰਦੀਆਂ ਨੇ। ਤਾਂ ਇਹਦਾ ਮਤਲਬ ਤੁਹਾਡੀ ਨੈਚੁਰਲ ਸਮਾਈਲ ਤਾਂ ਖਤਮ ਹੋ ਗਈ, ਤਾਂ ਤੁਸੀਂ ਬਣਾਉਟੀਆਂ ਸਮਾਈਲਾਂ ਆਪਣੇ ਚਿਹਰੇ 'ਤੇ ਲਾ ਲਈਆਂ ਜਿਹੜੇ ਕਿ ਹਰ ਮੌਕੇ ਦੇ ਮੁਤਾਬਕ ਬਦਲਦੀਆਂ ਜਾ ਰਹੀਆਂ ਨੇ। ਦੇ ਹੈਵ ਬਿਕਮ ਮਨੀ ਮਾਈਂਡਡ। ਤਾਂ ਉਹ ਹੁਣ ਸਿਰਫ ਪੈਸੇ ਨੂੰ ਦੇਖਦੇ ਨੇ, ਪੈਸਾ ਹੀ ਪ੍ਰਧਾਨ ਹੋ ਗਿਆ। ਮਨੀ ਮਾਈਂਡਡ ਦਾ ਮਤਲਬ ਹੈ ਕਿ ਪੈਸੇ ਵੱਲ ਹੀ ਉਹਨਾਂ ਦਾ ਰੁਖ ਰਹਿੰਦਾ ਹੈ। ਇੱਕ ਲਾਈਨ ਵੀ ਆਉਂਦੀ ਹੈ ਪੋਇਮ ਦੇ ਵਿੱਚ ਕਿ ਜਦੋਂ ਸੱਜਾ ਹੱਥ ਹੈਂਡਸ਼ੇਕ ਕਰਨ ਲਈ ਮੇਰੇ ਵੱਲ ਵਧਾਇਆ ਜਾਂਦਾ ਹੈ ਤਾਂ ਲੋਕਾਂ ਦਾ ਜਿਹੜਾ ਖੱਬਾ ਹੱਥ ਹੁੰਦਾ ਜਾਂ ਦੂਸਰਾ ਹੱਥ ਹੁੰਦਾ ਉਹ ਮੇਰੀਆਂ ਐਮਪਟੀ ਪੋਕਟਸ ਨੂੰ ਸਰਚ ਕਰਦਾ ਹੈ। ਤਾਂ ਇਸ ਲਾਈਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਹੈ ਉਹ ਮਨੀ ਮਾਈਂਡਡ ਹੋ ਚੁੱਕੇ ਐਂਡ ਅਨਨੈਚੁਰਲ ਹੋ ਗਏ। ਕਿਉਂਕਿ ਕੁਦਰਤੀ ਵਿਵਹਾਰ ਤਾਂ ਉਹਨਾਂ ਦਾ ਰਿਹਾ ਹੀ ਨਹੀਂ। ਜਿਹੜਾ ਉਹਨਾਂ ਦਾ ਅਸਲੀ ਵਿਵਹਾਰ ਹੈ ਉਹ ਤਾਂ ਹੁਣ ਰਿਹਾ ਨਹੀਂ, ਉਹ ਤਾਂ ਹੁਣ ਚੇਂਜ ਹੋ ਚੁੱਕਿਆ। ਆਰਟੀਫਿਸ਼ੀਅਲ ਉਹਨਾਂ ਦਾ ਵਿਵਹਾਰ ਹੋ ਚੁੱਕਿਆ। ਦਾ ਪੋਇਟ ਵਾਂਟਸ ਟੂ ਬਿਕਮ ਨੈਚੁਰਲ ਐਂਡ ਇਨੋਸੈਂਟ। ਹੁਣ ਪੋਇਟ ਚਾਹੁੰਦਾ ਹੈ ਕਿ ਉਹ ਨੈਚੁਰਲ ਹੋ ਜੇ, ਕੁਦਰਤੀ ਹੋ ਜੇ। ਜੋ ਉਸਦਾ ਕੁਦਰਤ ਨੇ ਉਸ ਨੂੰ ਇੱਕ ਸਮਾਈਲ ਦਿੱਤੀ ਸੀ, ਜੋ ਨੈਚੁਰਲ ਸਮਾਈਲ ਸੀ, ਜੋ ਉਹ ਖੋ ਬੈਠਿਆ, ਜਿਸ ਦੇ ਉੱਪਰ ਹੁਣ ਆਰਟੀਫਿਸ਼ੀਅਲ ਸਮਾਈਲ ਹਾਵੀ ਹੋ ਗਈ। ਉਹ ਆਰਟੀਫਿਸ਼ੀਅਲ ਸਮਾਈਲ ਨੂੰ ਭੁੱਲ ਕੇ ਨੈਚੁਰਲ ਸਮਾਈਲ ਲੈਣਾ ਚਾਹੁੰਦਾ ਹੈ ਆਪਣੇ ਚਿਹਰੇ 'ਤੇ। ਐਂਡ ਇਨੋਸੈਂਟ, ਅਤੇ ਪੋਇਟ ਇਨੋਸੈਂਟ ਬਣਨਾ ਚਾਹੁੰਦਾ ਹੈ। ਇਨੋਸੈਂਟ ਦਾ ਮਤਲਬ ਉਹ ਮਾਸੂਮ ਬਣਨਾ ਚਾਹੁੰਦਾ। ਹੁਣ ਦੇਖੋ ਮਾਸੂਮ ਕੌਣ ਹੁੰਦਾ? ਇੱਕ ਬੱਚਾ ਹੁੰਦਾ ਹੈ ਮਾਸੂਮ, ਕਿਉਂਕਿ ਬੱਚੇ ਨੂੰ ਦੁਨੀਆਦਾਰੀ ਦਾ ਪਤਾ ਨਹੀਂ। ਉਸ ਨੂੰ ਹਜੇ ਇਹ ਨਹੀਂ ਪਤਾ ਕਿ ਮੈਨੇ ਆਪਣੇ ਚਿਹਰੇ ਅਲੱਗ-ਅਲੱਗ ਕਿਸੇ ਮੌਕਿਆਂ ਦੇ ਮੁਤਾਬਕ ਕਿਵੇਂ ਬਣਾਉਣੇ ਨੇ। ਤਾਂ ਉਹ ਇਨੋਸੈਂਟ ਹੁੰਦਾ ਹੈ, ਤਾਂ ਉਹ ਆਪਣੇ ਬੱਚੇ ਵਾਂਗੂ ਇਨੋਸੈਂਟ ਬਣਨਾ ਚਾਹੁੰਦਾ ਹੈ, ਮਾਸੂਮ ਬਣਨਾ ਚਾਹੁੰਦਾ ਹੈ। ਹੀ ਵਾਂਟਸ ਟੂ ਬੀ ਅ ਚਾਈਲਡ ਲਾਈਕ ਹਿਜ਼ ਸਨ। ਇਸੇ ਕਰਕੇ ਉਹ ਕਹਿੰਦਾ ਹੈ ਕਿ ਮੈਂ ਆਪਣੇ ਬੱਚੇ ਵਰਗਾ ਬਣਨਾ ਚਾਹੁੰਦਾ ਹੈ, ਆਪਣੇ ਜੋ ਬੇਟਾ ਹੈ ਉਸ ਵਾਂਗੂ ਬੱਚਾ ਬਣਨਾ ਚਾਹੁੰਦਾ ਹੈ। ਉਹ ਲਾਸਟ ਦੇ ਵਿੱਚ ਪੋਇਮ ਦੇ ਲਾਸਟ ਟੈਂਸ ਦੇ ਵਿੱਚ ਇਹ ਕਹਿੰਦਾ ਹੈ। ਈਵਨ ਕਿ ਉਹ ਆਪਣੇ ਬੇਟੇ ਨੂੰ ਅਪੀਲ ਕਰਦਾ ਹੈ ਕਿ ਤੂੰ ਮੈਨੂੰ ਸਿਖਾ ਉਹ ਸਾਰੀਆਂ ਗੱਲਾਂ ਜੋ ਤੇਰੇ 'ਚ ਨੇ। ਤਾਂ ਉਹ ਆਪਣੇ ਬੱਚੇ ਨੂੰ ਐਜ਼ ਅ ਟੀਚਰ ਬਣਾਉਣਾ ਚਾਹੁੰਦਾ ਹੈ ਤਾਂ ਕਿ ਉਹ ਉਸ ਤੋਂ ਸਾਰੀਆਂ ਗੱਲਾਂ ਸਿੱਖ ਸਕੇ ਜੋ ਉਹ ਭੁੱਲ ਬੈਠਿਆ। ਦਾ ਪਾਸਟ ਅਕੋਰਡਿੰਗ ਟੂ ਦਾ ਪੋਇਟ ਇਜ਼ ਬੈਟਰ ਦੈਨ ਦਾ ਪ੍ਰੈਜੈਂਟ। ਤਾਂ ਇੱਕ ਗੱਲ ਇਹ ਵੀ ਹੈ ਕਿ ਅਕੋਰਡਿੰਗ ਟੂ ਦਾ ਪੋਇਟ ਮਤਲਬ ਕਵੀ ਦੇ ਮੁਤਾਬਕ ਜਿਹੜਾ ਉਸਦਾ ਪਾਸਟ ਹੈ, ਜੋ ਉਸਦਾ ਪਿਛਲਾ ਸਮਾਂ ਸੀ, ਉਹ ਬੈਟਰ ਸੀ ਕਿਸ ਨਾਲੋਂ? ਹੁਣ ਵਾਲੇ ਸਮੇਂ ਨਾਲੋਂ। ਦੈਨ ਦਾ ਪ੍ਰੈਜੈਂਟ, ਜੋ ਹੁਣ ਵਾਲਾ ਸਮਾਂ ਉਸ ਨਾਲੋਂ ਬੈਟਰ ਸੀ। ਹੁਣ ਵਾਲਾ ਸਮਾਂ ਕੀ ਹੈ? ਹੁਣ ਵਾਲਾ ਸਮਾਂ ਉਹੀ ਹੈ ਯੂਰੋਪੀਅਨ ਕਲਚਰ। ਇੰਗਲੈਂਡ ਦਾ ਰਾਜ ਹੈ ਨਾਈਜੀਰੀਆ, ਅਤੇ ਉਹਨਾਂ ਨੇ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਹੋਇਆ ਉਹਨਾਂ ਦੇ ਦੇਸ਼ 'ਤੇ, ਜੋ ਉਸ ਨੂੰ ਪਸੰਦ ਨਹੀਂ ਹੈ। ਉਸ ਨੂੰ ਕਿਹੜਾ ਪਸੰਦ ਹੈ ਜੀ ਕਲਚਰ? ਉਸ ਨੂੰ ਆਪਣਾ ਨੇਟਿਵ ਕਲਚਰ ਪਸੰਦ ਹੈ। ਨੇਟਿਵ ਦਾ ਮਤਲਬ ਜੋ ਉਸਦਾ ਆਪਣਾ ਸੱਭਿਆਚਾਰ ਹੈ। ਬਿਕੋਜ਼ ਦੇਅਰ ਵਰ ਲਵ, ਸਿੰਸੀਅਰਿਟੀ ਐਂਡ ਫੇਥਫੁਲਨੈਸ ਇਨ ਦਾ ਪਾਸਟ। ਕਿਉਂਕਿ ਪਾਸਟ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਪਿਆਰ ਸੀ, ਸਿੰਸੀਅਰਿਟੀ ਸੀ, ਵਿਸ਼ਵਾਸ ਸੀ, ਐਂਡ ਫੇਥਫੁਲਨੈਸ, ਅਤੇ ਕਿਸੇ 'ਤੇ ਭਰੋਸਾ ਕਰ ਸਕਦੇ ਸੀ ਆਪਾਂ। ਇਹ ਤਿੰਨੇ ਚੀਜ਼ਾਂ ਪੁਰਾਣੇ ਸਮੇਂ ਸੀਗੀਆਂ। ਲੋਕਾਂ 'ਤੇ ਭਰੋਸਾ ਕੀਤਾ ਜਾ ਸਕਦਾ ਸੀ, ਲੋਕੀ ਖੁੱਲ੍ਹ ਕੇ ਹੱਸਦੇ ਸੀਗੇ, ਦਿਲ ਨਾਲ ਹੱਸਦੇ ਸੀ, ਅਤੇ ਉਹਨਾਂ ਦਾ ਆਪਸੀ ਪਿਆਰ ਵੀ ਸੀ, ਜੋ ਹੁਣ ਇਹ ਤਿੰਨੇ ਚੀਜ਼ਾਂ ਖਤਮ ਹੋ ਚੁੱਕੀਆਂ। ਨਾਓ ਇਨ ਦਾ ਪ੍ਰੈਜੈਂਟ ਐਵਰੀਥਿੰਗ ਹੈਜ਼ ਚੇਂਜਡ। ਪਰ ਹੁਣ ਪ੍ਰੈਜੈਂਟ ਦਾ ਸਮਾਂ, ਜੋ ਹੁਣ ਦਾ ਅਜੋਕਾ ਸਮਾਂ ਹੈ, ਉਸ ਦੇ ਵਿੱਚ ਸਭ ਕੁਝ ਹੀ ਚੇਂਜ ਹੋ ਗਿਆ।
ਕੀ ਕੁਝ ਚੇਂਜ ਹੋਇਆ, ਆਪਾਂ ਸਾਰਾ ਕੁਝ ਪੜ੍ਹ ਚੁੱਕੇ। ਦ ਮਾਡਰਨ ਮੈਨ ਇਜ਼ ਅ ਹਿਪੋਕ੍ਰਿਟ, ਜਿਹੜਾ ਅਜੋਕਾ ਇਨਸਾਨ ਹੈ, ਅੱਜ ਕੱਲ੍ਹ ਦਾ ਜਿਹੜਾ ਇਨਸਾਨ ਹੈ ਉਹ ਹਿਪੋਕ੍ਰਿਟ ਹੈ। ਹਿਪੋਕ੍ਰਿਟ ਦਾ ਮਤਲਬ ਹੁੰਦਾ ਜੀ ਪਖੰਡੀ, ਜਿਸ ਨੂੰ ਪਖੰਡ ਆਉਂਦਾ, ਹੋਰ ਕੁਛ ਨਹੀਂ ਆਉਂਦਾ, ਕਿਉਂਕਿ ਉਹ ਨੈਚੁਰਲ ਤਾਂ ਹੈ ਨਹੀਂ, ਹਰ ਜਗ੍ਹਾ ਪਖੰਡ ਧਾਰਦਾ ਹੈ, ਉਹ ਅਲੱਗ-ਅਲੱਗ ਮੌਕਿਆਂ 'ਤੇ ਪਖੰਡੀ ਬਣਿਆ ਫਿਰਦਾ ਹੈ। ਤਾਂ ਹਿਪੋਕ੍ਰਿਟ ਦਾ ਮਤਲਬ ਹੁੰਦਾ ਜੀ ਪਖੰਡੀ। ਹੀ ਡਜ਼ ਨੋਟ ਸ਼ੋ ਵਟ ਹੀ ਫੀਲਸ, ਹਿਪੋਕ੍ਰਿਟ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਉਹ ਇਹ ਨਹੀਂ ਸ਼ੋਅ ਕਰਦਾ, ਇਹ ਨਹੀਂ ਦਿਖਾਉਂਦਾ ਕਿ ਉਹ ਕੀ ਫੀਲ ਕਰਦਾ ਹੈ। ਜੇ ਅਸੀਂ ਅੰਦਰੋਂ ਕੁਝ ਸੋਚ ਰਹੇ ਹਾਂ, ਬਾਹਰੋਂ ਅਸੀਂ ਕੁਝ ਕਹਿ ਰਹੇ ਹਾਂ, ਤਾਂ ਦੈਟ ਮੀਨਸ ਵੀ ਆਰ ਹਿਪੋਕ੍ਰਿਟ, ਤਾਂ ਅਸੀਂ ਪਖੰਡੀ ਹਾਂ। ਆਹੀ ਅੱਜ ਕੱਲ੍ਹ ਚੱਲਣ ਹੈ ਅਤੇ ਜਿਸ ਚੱਲਣ ਨੂੰ ਕਵੀ ਪਸੰਦ ਨਹੀਂ ਕਰ ਰਿਹਾ। ਹਿਜ਼ ਬਿਹੇਵੀਅਰ ਇਜ਼ ਆਲਵੇਜ਼ ਆਰਟੀਫਿਸ਼ੀਅਲ, ਤਾਂ ਇੱਦਾਂ ਦੇ ਇਨਸਾਨ ਦਾ, ਹਿਜ਼ ਇੱਥੇ ਕਿਹਨੂੰ ਕਿਹਾ ਗਿਆ, ਮਾਡਰਨ ਮੈਨ ਨੂੰ, ਤਾਂ ਇੱਦਾਂ ਦੇ ਇਨਸਾਨ ਦਾ ਜਿਹੜਾ ਵਤੀਰਾ ਹੁੰਦਾ ਬਿਹੇਵੀਅਰ, ਉਹ ਹਮੇਸ਼ਾ ਕੀ ਹੁੰਦਾ, ਆਰਟੀਫਿਸ਼ੀਅਲ, ਬਣਾਉਟੀ ਹੁੰਦਾ। ਇਹ ਗੱਲ ਆਰਟੀਫਿਸ਼ੀਅਲ ਬਿਹੇਵੀਅਰ ਦੀ ਗੱਲ ਬਾਰ-ਬਾਰ ਆਉਂਦੀ ਹੈ। ਹੈਂਸ ਦ ਪੋਇਟ ਵਾਂਟਸ ਟੂ ਰੀਲਿਵ ਦ ਪਾਸਟ, ਇਸ ਕਰਕੇ ਕਵੀ ਦੁਬਾਰਾ ਤੋਂ ਰੀਲਿਵ, ਦੁਬਾਰਾ ਤੋਂ ਜਿਉਣਾ ਚਾਹੁੰਦਾ ਹੈ ਆਪਣੇ ਪਾਸਟ ਨੂੰ, ਆਪਣੇ ਪਾਸਟ ਦੇ ਵਿੱਚ ਦੁਬਾਰਾ ਜਾਣਾ ਚਾਹੁੰਦਾ ਹੈ, ਬਿਕੋਜ਼ ਉਸ ਨੂੰ ਪਾਸਟ ਆਪਣੇ ਪ੍ਰੈਜੈਂਟ ਤੋਂ ਜ਼ਿਆਦਾ ਅੱਛਾ ਲੱਗਦਾ। ਤਾਂ ਉਮੀਦ ਹੈ ਜੀ ਸਟੂਡੈਂਟਸ ਕਿ ਤੁਹਾਨੂੰ ਸਾਰਾ ਸੈਂਟਰਲ ਆਈਡੀਆ ਸਮਝ ਆ ਗਿਆ ਹੋਏਗਾ। ਇਸ ਤੋਂ ਪਹਿਲਾਂ ਦੇ ਜੋ ਮੈਂ 2 ਵੀਡੀਓਜ਼ ਕਰਵਾਏ ਨੇ, ਜਿਸ ਦੇ ਵਿੱਚ ਐਕਸਰਸਾਈਜ਼ ਸੋਲੂਸ਼ਨਸ ਵੀ ਨੇ ਅਤੇ ਪੂਰੇ ਪੋਇਮ ਦੀ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਹੈ, ਉਹ ਵੀ ਪੂਰੀ ਕਲੀਅਰ ਹੋ ਗਈ ਹੋਵੇਗੀ। ਤਾਂ ਦੋਨਾਂ ਵੀਡੀਓਜ਼ ਦੇ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ ਵਿੱਚ ਪ੍ਰੋਵਾਈਡ ਕਰ ਰਿਹਾ ਹਾਂ। ਜੇਕਰ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕੁਐਸਚਨ ਕਰ ਸਕਦੇ ਹੋ, ਮੈਂ ਉਸ ਦਾ ਆਨਸਰ ਡੈਫੀਨੇਟਲੀ ਦੇਵਾਂਗਾ। ਆਉਣ ਵਾਲੇ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਚੈਪਟਰ ਨੂੰ ਡਿਸਕਸ ਕਰਾਂਗੇ। ਧੰਨਵਾਦ।